Hello, dear students. Good morning. How are you? Before starting off every assignment, we are talking a pledge. You may speak with me in loud and voice. Pledge. I, Satwinder, committed to be vigilant and bear in mind at all times to risk to myself and my colleagues from COVID-19. I promise to take all necessary precautions that prevent the spread of this deadly virus. I promise to follow and encourage others to follow the key COVID appropriate behaviors to always wear and mask, face cover, especially when in public places, to maintain a minimum distance of 6 feet from others, to wash my hands frequently and thoroughly with soap and water. Together, we will win this fight against COVID-19. ਪੰਜਾਬੀ ਸੁਨਹਿਰੀ ਬੋਲੀ ਪਾਠ ਪੁਸਤਕ 7th grade ਚੈਪਟਰ ਨੰਬਰ 17 ਜੋ ਕਿ ਇੱਕ ਕਹਾਣੀ ਹੈ ਜਿਸ ਨੂੰ ਸੁਖਦੇਵ ਸਿੰਘ ਗਰੇਵਾਲ ਨੇ ਲਿਖਿਆ ਹੈ। ਕਹਾਣੀ ਦਾ ਬੱਚਿਓ ਨਾਮ ਹੈ ਜ਼ਿੰਮੇਵਾਰੀ ਦਾ ਅਹਿਸਾਸ। ਸੁਧੀਰ ਆਪਣੇ ਮਾਤਾ ਪਿਤਾ ਦਾ ਇਕਲੌਤਾ ਪੁੱਤਰ ਸੀ। ਉਸ ਦੇ ਪਿਤਾ ਜੀ ਕਹਿੰਦੇ ਬੈਂਕ ਵਿੱਚ ਕੀ ਸਨ, ਮੈਨੇਜਰ ਸਨ। ਉਸ ਦੀ ਮਾਤਾ ਮਿਊਨਿਸਪਲ ਕਮਿਸ਼ਨਰ ਦੇ ਦਫ਼ਤਰ ਵਿੱਚ ਕਹਿੰਦੇ ਕੀ ਸੀ, ਕਲਰਕ ਸੀ। ਦੋਵੇਂ ਪਤੀ ਪਤਨੀ ਸਵੇਰ ਤੋਂ ਸ਼ਾਮ ਤੱਕ ਕੰਮ ਵਿੱਚ ਕੀ ਸੀ ਕਹਿੰਦੇ ਰੁੱਝੇ ਰਹਿੰਦੇ ਸਨ। ਉਹਨਾਂ ਦੇ ਘਰ ਦੀ ਸਾਂਭ ਸੰਭਾਲ ਤੇ ਖਾਣਾ ਤਿਆਰ ਕਰਨ ਲਈ ਇੱਕ ਨੌਕਰ ਵੀ ਰੱਖਿਆ ਹੋਇਆ ਸੀ। ਸੁਧੀਰ ਸ਼ਹਿਰ ਦੇ ਸਰਕਾਰੀ ਸਕੂਲ ਵਿੱਚ 5ਵੀਂ ਦਾ ਵਿਦਿਆਰਥੀ ਸੀ। ਘਰ ਵਿੱਚ ਖਾਣ ਪੀਣ ਨੂੰ ਸਭ ਕੁਝ ਖੁੱਲਾ ਡੁੱਲਾ ਸੀ, ਜਿਸ ਕਰਕੇ ਉਹ ਸਰੀਰਕ ਤੌਰ ਤੇ ਕੀ ਆ ਕਹਿੰਦੇ ਤਕੜਾ ਵੀ ਸੀ। ਪੜ੍ਹਾਈ ਵਿੱਚ ਨਾ ਤਾਂ ਉਹ ਬਹੁਤ ਹੁਸ਼ਿਆਰ ਸੀ ਤੇ ਨਾ ਹੀ ਬਹੁਤ ਕਮਜ਼ੋਰ ਸੀ, ਬਸ ਕਹਿੰਦੇ ਠੀਕ ਠਾਕ ਹੀ ਸੀ। ਸੁਧੀਰ ਦੇ ਘਰ ਵੱਡੇ ਪਰਦੇ ਦਾ ਰੰਗੀਨ ਟੀਵੀ ਸੀ। ਸਕੂਲੋਂ ਆਉਂਦਿਆਂ ਹੀ ਉਹ ਟੀਵੀ ਚਲਾ ਲੈਂਦਾ ਤੇ ਮਾਤਾ ਪਿਤਾ ਦੇ ਘਰ ਪਰਤਣ ਤੱਕ ਕਹਿੰਦੇ ਟੀਵੀ ਹੀ ਵੇਖਦਾ ਰਹਿੰਦਾ ਸੀ। ਜਦੋਂ ਉਹਨਾਂ ਦੇ ਘਰ ਪਹੁੰਚਣ ਦਾ ਸਮਾਂ ਹੁੰਦਾ ਸੀ ਤਾਂ ਟੀਵੀ ਬੰਦ ਕਰਕੇ ਆਪਣੀਆਂ ਕਾਪੀਆਂ ਕਿਤਾਬਾਂ ਖੋਲ ਕੇ ਕੀ ਆ ਕਹਿੰਦੇ ਬੈਠ ਜਾਂਦਾ ਸੀ ਅਤੇ ਮਾਤਾ ਪਿਤਾ ਇਹ ਸਮਝਣ ਕਿ ਉਹ ਪੜ੍ਹਾਈ ਵਿੱਚ ਹੀ ਰੁੱਝਿਆ ਹੋਇਆ ਹੈ। ਟੀਵੀ ਤੇ ਉਸ ਨੂੰ ਕੁੱਟ ਮਾਰ ਖੋ ਖੁਆਈ ਚੋਰ ਡਕੈਤੀ ਵਾਲੇ ਆਦਿ ਦ੍ਰਿਸ਼ ਕਹਿੰਦੇ ਬਹੁਤ ਹੀ ਕੀ ਆ ਚੰਗੇ ਲੱਗਦੇ ਸਨ। ਭਾਵ ਸਭ ਕੁਝ ਗਲਤੀ ਟੀਵੀ ਤੇ ਦੇਖਦਾ ਸੀ, ਕੋਈ ਚੰਗੀ ਗੱਲ ਨਹੀਂ ਸੀ ਦੇਖਦਾ। ਸੁਧੀਰ ਆਪਣੀ ਜਮਾਤ ਦੇ ਕਮਰੇ ਵਿੱਚ ਵੀ ਸ਼ਰਾਰਤਾਂ ਕਰਦਾ ਰਹਿੰਦਾ ਸੀ। ਕਦੇ ਉਹ ਕਮਰੇ ਵਿੱਚ ਕਾਗਜ਼ ਪਾੜ ਕੇ ਖਿਡਾ ਦਿੰਦਾ ਸੀ, ਕਦੇ ਕਾਲੇ ਤਖਤੇ ਅਤੇ ਬੱਚਿਆਂ ਦੇ ਮੇਜ਼ਾਂ ਉੱਤੇ ਭੈੜੀਆਂ ਭੈੜੀਆਂ ਗੱਲਾਂ ਲਿਖਦਾ ਰਹਿੰਦਾ ਸੀ। ਸਾਰੀ ਜਮਾਤ ਕਹਿੰਦੇ ਉਸ ਤੋਂ ਡਰਦੀ ਵੀ ਸੀ ਅਤੇ ਉਸ ਤੋਂ ਪਰੇਸ਼ਾਨ ਵੀ ਸੀ। ਕੋਈ ਵੀ ਉਸ ਦੇ ਸਾਹਮਣੇ ਕੁਸਕਦਾ ਨਹੀਂ ਸੀ। ਸਾਰੇ ਬੱਚੇ ਡਰਦੇ ਮਾਰੇ ਅਧਿਆਪਕ ਕੋਲ ਕਹਿੰਦੇ ਸ਼ਿਕਾਇਤ ਕਰਦੇ ਸਨ ਅਤੇ ਉਸ ਕੋਲ ਮਾਰ ਕੁੱਟ ਖਾਂਦੇ ਰਹਿੰਦੇ ਸਨ। ਅਧਿਆਪਕ ਉਸ ਦੀਆਂ ਇਹਨਾਂ ਗੱਲਾਂ ਨੂੰ ਅਲਗਾਉਣਿਆ ਹੀ ਕਰ ਦਿੰਦੇ ਸਨ। ਜਦੋਂ ਉਹਨਾਂ ਨੂੰ ਕਾਲੇ ਤਖਤੇ ਤੇ ਲਿਖਣ ਦੀ ਲੋੜ ਪੈਂਦੀ ਸੀ ਤਾਂ ਉਹਨਾਂ ਨੇ ਲਿਖੀਆਂ ਪੈੜੀਆਂ ਗੱਲਾਂ ਨੂੰ ਝਾੜਨ ਨਾਲ ਆਪ ਸਾਫ਼ ਕਰ ਲੈਂਦੇ ਅਤੇ ਉਸ ਨੂੰ ਕੀ ਕਹਿੰਦੇ ਸੀ ਬੇਧਿਆਨਾ ਕਰ ਦਿੰਦੇ ਸੀ। ਭਾਵ ਕਿ ਉਹ ਇੰਨੀਆਂ ਜ਼ਿਆਦਾ ਸ਼ਰਾਰਤਾਂ ਕਰਦਾ ਸੀ। ਸਰਦੀਆਂ ਦੇ ਸ਼ੁਰੂ ਵਿੱਚ ਉਸਦੇ ਇੱਕ ਅਧਿਆਪਕ ਦੀ ਬਦਲੀ ਹੋ ਗਈ ਸੀ। ਉਸ ਦੀ ਥਾਂ ਤੇ ਰਾਜਪਾਲ ਨਾਂ ਦਾ ਇੱਕ ਨਵਾਂ ਅਧਿਆਪਕ ਆ ਗਿਆ ਸੀ। ਉਸ ਅਧਿਆਪਕ ਦੀ ਡੀਲ ਡੋਲ ਗੱਲਬਾਤ ਤੇ ਪੜ੍ਹਾਉਣ ਦਾ ਤਰੀਕਾ ਕਹਿੰਦੇ ਬਹੁਤ ਹੀ ਜ਼ਿਆਦਾ ਪ੍ਰਭਾਵਸ਼ਾਲੀ ਸੀ। ਰਾਜਪਾਲ ਆਪਣੇ ਵਿਦਿਆਰਥੀਆਂ ਦੇ ਦਿਲਾਂ ਦੀਆਂ ਗੱਲਾਂ ਉਹਨਾਂ ਦੀਆਂ ਅੱਖਾਂ ਵਿੱਚ ਗੌਰ ਨਾਲ ਵੇਖ ਕੇ ਕਹਿੰਦੇ ਬੁੱਝ ਲੈਂਦਾ ਸੀ। ਸੁਧੀਰ ਨੇ ਆਪਣੇ ਨਵੇਂ ਅਧਿਆਪਕ ਦੇ ਆਉਣ ਤੇ ਵੀ ਆਪਣੀਆਂ ਸ਼ਰਾਰਤਾਂ ਜਿਹੜੀਆਂ ਕੀ ਸੀ ਕਹਿੰਦੇ ਜਾਰੀ ਰੱਖੀਆਂ ਸਨ। ਭਾਵ ਜਿਵੇਂ ਕਿ ਉਹ ਪਹਿਲਾਂ ਕਰਦਾ ਸੀ ਉਹ ਬਾਅਦ ਵਿੱਚ ਵੀ ਉਵੇਂ ਹੀ ਕਰਦਾ ਸੀ। ਮਾਸਟਰ ਰਾਮਪਾਲ ਨੂੰ ਕਮਰੇ ਵਿੱਚ ਖਿੰਡੇ ਕਾਗਜ਼ਾਂ ਮੇਜ਼ਾਂ ਤੇ ਕਾਲੇ ਤਖਤੇ ਤੇ ਲਿਖੀਆਂ ਗੱਲਾਂ ਬਾਰੇ ਵੀ ਪਤਾ ਸੀ। ਉਹ ਮੌਕੇ ਦੀ ਤਾੜ ਵਿੱਚ ਸੀ। ਇੱਕ ਦਿਨ ਉਸਨੇ ਕਾਲੇ ਤਖਤੇ ਤੇ ਕੁਝ ਲਿਖਣ ਦਾ ਬਹਾਨਾ ਕਰਕੇ ਇੱਕਦਮ ਕਹਿੰਦੇ ਪਿੱਛੇ ਨੂੰ ਝਾਕਿਆ। ਉਸਨੇ ਵੇਖ ਲਿਆ ਸੀ ਤੇ ਰੋੜੀਆਂ ਮਾਰਨ ਲਈ ਸੁਧੀਰ ਦੇ ਆਪਣੇ ਹੱਥ ਚੁੱਕਿਆ ਹੋਇਆ ਸੀ। ਉਸਨੇ ਸੁਧੀਰ ਨੂੰ ਕੁਝ ਨਾ ਕਿਹਾ, ਸਗੋਂ ਇਹ ਵਿਖਾਵਾ ਕੀਤਾ ਕਿ ਉਸਨੂੰ ਕੁਝ ਪਤਾ ਨਹੀਂ ਲੱਗਾ। ਪੀਰੀਅਡ ਖਤਮ ਹੋਣ ਤੇ ਉਸਨੇ ਸੁਧੀਰ ਨੂੰ ਆਪਣੇ ਕੋਲ ਕਹਿੰਦੇ ਕੀ ਹੈ ਬੁਲਾ ਲਿਆ ਅਤੇ ਆਪਣੇ ਨਾਲ ਆਪਣੇ ਕਮਰੇ ਵਿੱਚ ਲੈ ਗਏ। ਉਸਨੂੰ ਆਪਣੇ ਕੋਲ ਬਿਠਾ ਕੇ ਉਹ ਬੋਲਿਆ, ਸੁਧੀਰ ਤੂੰ ਸਾਰੀ ਜਮਾਤ ਵਿੱਚੋਂ ਤਕੜਾ ਲੱਗਦਾ ਹੈ। ਤੇਰੇ ਕੱਪੜਿਆਂ ਤੋਂ ਪਤਾ ਲੱਗਦਾ ਹੈ ਕਿ ਤੂੰ ਚੰਗੇ ਪਰਿਵਾਰ ਨਾਲ ਸੰਬੰਧ ਵੀ ਰੱਖਦਾ ਹੈ। ਤੇਰੇ ਵਰਗੀ ਡੀਲ ਡੋਲ ਵਾਲੇ ਅਧਿਆਪਕ ਚੰਗੇ ਖਿਡਾਰੀ ਬਣ ਸਕਦੇ ਹਨ। ਤੂੰ ਪੁਲਿਸ ਜਾਂ ਫੌਜ ਵਿੱਚ ਵੀ ਕਹਿੰਦੇ ਕੀ ਆ ਅਫਸਰ ਬਣ ਸਕਦਾ। ਭਾਵ ਉਸ ਨਵੇਂ ਅਧਿਆਪਕ ਨੇ ਉਸ ਬੱਚੇ ਦੀ ਹੌਸਲਾ ਅਫਜ਼ਾਈ ਕੀਤੀ। ਅੱਜ ਤੋਂ ਮੈਂ ਤੈਨੂੰ ਬੜੀ ਜ਼ਿੰਮੇਵਾਰੀ ਦਾ ਕੰਮ ਸੌਂਪਣਾ ਚਾਹੁੰਦਾ ਹਾਂ। ਜਮਾਤ ਵਿੱਚ ਜੋ ਸ਼ਰਾਰਤਾਂ ਹੁੰਦੀਆਂ ਹਨ ਤੇ ਤੂੰ ਉਹਨਾਂ ਤੇ ਨਿਗਾਹ ਰੱਖਣੀ ਹੈ। ਸ਼ਰਾਰਤਾਂ ਨੂੰ ਤੂੰ ਫੜਨਾ ਹੈ
ਸ਼ਰਾਰਤੀ ਲੜਕੇ ਨੇ, ਤੂੰ ਉਹਨਾਂ ਨੂੰ ਫੜਨਾ ਹੈ। ਸਭ ਤੋਂ ਪਹਿਲਾਂ ਤੂੰ ਕਮਰੇ ਵਿੱਚ ਥਾਂ-ਥਾਂ ਤੇ ਕਾਗਜ਼ ਖਿਡਾਉਣ ਵਾਲਿਆਂ ਨੂੰ ਵੀ ਫੜਨਾ ਹੈ। ਇਹ ਕੰਮ ਤੂੰ ਸਵੇਰ ਤੋਂ ਹੀ ਸ਼ੁਰੂ ਕਰ ਦੇਣਾ ਹੈ। ਹੁਣ ਤੂੰ ਆਪਣੀ ਕਲਾਸ ਵਿੱਚ ਕਹਿੰਦੇ ਤੂੰ ਜਾ ਸਕਦਾ। ਅਗਲੀ ਸਵੇਰ ਰਾਮਪਾਲ ਸਕੂਲ ਸ਼ੁਰੂ ਹੋਣ ਤੋਂ ਪਹਿਲਾਂ ਹੀ ਆ ਗਿਆ ਸੀ। ਜਦੋਂ ਕਮਰੇ ਵਿੱਚ ਵੜਿਆ ਤਾਂ ਸੁਧੀਰ ਨੇ ਹੱਥ ਵਿੱਚ ਕਾਗਜ਼ਾਂ ਦੇ ਟੁਕੜੇ ਸਨ। ਅਧਿਆਪਕ ਨੂੰ ਵੇਖ ਕੇ ਉਹ ਬੋਲਿਆ, ਵੇਖੋ ਸਰ, ਮੈਂ ਕਾਗਜ਼ ਇਕੱਠੇ ਕਰ ਲਏ ਹਨ, ਪਰ ਕਾਗਜ਼ ਸੁੱਟਣ ਵਾਲਾ ਮੈਥੋਂ ਪਹਿਲਾਂ ਹੀ ਆਪਣਾ ਕੰਮ ਕੀ ਹੈ ਕਹਿੰਦੇ ਕਰ ਗਿਆ ਸੀ। ਭਾਵ ਨੇ ਅਧਿਆਪਕ ਦੀ ਗੱਲ ਮੰਨੀ ਅਤੇ ਆਪਣਾ ਕੰਮ ਸ਼ੁਰੂ ਕੀਤਾ। ਕੋਈ ਗੱਲ ਨਹੀਂ, ਤੂੰ ਆਪਣਾ ਕੰਮ ਜਾਰੀ ਰੱਖੋ, ਜ਼ਰੂਰ ਫੜਿਆ ਜਾਵੇਗਾ। ਅਧਿਆਪਕ ਨੇ ਜਿਸ ਵਿਸ਼ਵਾਸ ਨਾਲ ਇਹ ਗੱਲ ਆਖੀ ਸੀ, ਸੁਧੀਰ ਬੜਾ ਉਸ ਤੇ ਪ੍ਰਭਾਵ ਪਿਆ ਸੀ। ਉਹ ਸੋਚਣ ਲੱਗਾ ਕਿ ਚੰਗਾ ਖਿਡਾਰੀ ਬਣ ਸਕਦਾ ਹਾਂ, ਕੋਈ ਵੱਡਾ ਅਫਸਰ ਬਣ ਸਕਦਾ ਹਾਂ। ਸ਼ਰਾਰਤਾਂ ਉਸ ਨੂੰ ਕਿਤੇ ਵੀ ਨਹੀਂ ਲਿਜਾ ਸਕਦੀਆਂ। ਜਦੋਂ ਉਹ ਵਿਹਲਾ ਹੁੰਦਾ ਤਾਂ ਗੱਲੀ ਸੋਚੀ ਜਾਂਦਾ। ਉਸ ਦੇ ਅਧਿਆਪਕ ਤੇ ਉਸ ਦੀਆਂ ਗੱਲਾਂ ਦਾ ਵੀ ਬੜਾ ਪ੍ਰਭਾਵ ਪਿਆ ਸੀ। ਇਹ ਸੋਚਦਾ ਰਹਿੰਦਾ ਸੀ ਕਿ ਸ਼ਰਾਰਤਾਂ ਨਾਲ ਕੁਝ ਵਧੀਆ ਇਨਸਾਨ ਨਹੀਂ ਬਣ ਸਕਦਾ। ਸ਼ਰਾਰਤਾਂ ਨੂੰ ਬੰਦ ਕਰਕੇ ਉਹ ਇੱਕ ਵਧੀਆ ਇਨਸਾਨ ਬਣ ਸਕਦਾ ਹੈ। ਉਹ ਦਿਨ ਸੋ ਇਹ ਦਿਨ ਉਸ ਤੋਂ ਪਿੱਛੋਂ ਨਾ ਹੀ ਕਮਰੇ ਵਿੱਚ ਕਾਗਜ਼ਾਂ ਦੇ ਟੁਕੜੇ ਸੀ, ਨਾ ਕਾਲੇ ਤਖਤੇ ਤੇ ਮੇਜ਼ਾਂ ਤੇ ਭੈੜੀਆਂ ਗੱਲਾਂ ਲਿਖੀਆਂ ਹੋਈਆਂ ਸਨ, ਨਾ ਹੀ ਅਧਿਆਪਕ ਦੀ ਜਮਾਤ ਵਿੱਚ ਬਿਠਾਉਣ ਤੇ ਰੋੜੀਆਂ ਮਾਰੀਆਂ ਜਾਂਦੀਆਂ ਸਨ। ਜਮਾਤ ਦੇ ਸਾਰੇ ਵਿਦਿਆਰਥੀ ਹੈਰਾਨ ਸਨ ਕਿ ਸੁਧੀਰ ਨੇ ਕੀ ਜਾਦੂ ਸੁਧੀਰ ਤੇ ਕਿਸੇ ਨੇ ਕਰ ਦਿੱਤਾ। 1 ਮਹੀਨੇ ਪਿੱਛੋਂ ਉਸੇ ਅਧਿਆਪਕ ਰਾਜਪਾਲ ਨੇ ਉਸ ਨੂੰ ਆਪਣੇ ਕਮਰੇ ਵਿੱਚ ਬੁਲਾਇਆ। ਉਸ ਨੂੰ ਥਾਪੀ ਦੇ ਕੇ ਕਿਹਾ, ਸੁਧੀਰ, ਮੈਨੂੰ ਪਤਾ ਸੀ ਕਿ ਸਾਰੀਆਂ ਸ਼ਰਾਰਤਾਂ ਤੂੰ ਕਰਦਾ ਸੀ, ਪਰ ਮੈਂ ਚਾਹੁੰਦਾ ਹਾਂ ਕਿ ਤੈਨੂੰ ਇਹਨਾਂ ਗਲਤੀਆਂ ਦਾ ਅਹਿਸਾਸ ਹੋਵੇ। ਮੈਂ ਨਾ ਕਰਾਵਾਂ, ਸਗੋਂ ਇਹ ਅਹਿਸਾਸ ਤੂੰ ਆਪਣੇ ਆਪ ਕਰੇ। ਇਸ ਵਿੱਚ ਆਪਾਂ ਦੋਹਾਂ ਨੂੰ ਸਫਲਤਾ ਮਿਲੀ। ਮੈਨੂੰ ਵਿਸ਼ਵਾਸ ਹੈ ਕਿ ਇੱਕ ਨਾ ਇੱਕ ਦਿਨ ਤੂੰ ਵਧੀਆ ਇਨਸਾਨ ਜ਼ਰੂਰ ਬਣੇਗਾ। ਮੇਰੀ ਦੁਆ ਹੈ ਕਿ ਕੋਈ ਉੱਚੀ ਪਦਵੀ ਤੂੰ ਜ਼ਰੂਰ ਪ੍ਰਾਪਤ ਕਰੇਗਾ। ਸੁਧੀਰ ਦੀਆਂ ਅੱਖਾਂ ਵਿੱਚ ਹੰਝੂ ਆ ਕੇ ਉਸ ਨੇ ਅਧਿਆਪਕ ਦੇ ਪੈਰ ਫੜ ਲਏ ਅਤੇ ਮੱਥਾ ਟੇਕ ਕੇ ਉਹ ਕਮਰੇ ਤੋਂ ਬਾਹਰ ਆ ਗਿਆ। ਬੱਚਿਓ, ਇਹ ਸੀਗੀ ਤੁਹਾਡੀ ਸਟੋਰੀ। ਤੁਸੀਂ ਇਸ ਨੂੰ ਇੱਕ ਵਾਰ ਚੰਗੀ ਤਰ੍ਹਾਂ ਦੁਬਾਰਾ ਤੋਂ ਰੀਡ ਕਰਨਾ ਤੇ ਇਸ ਦੇ ਜਿਹੜੇ ਸ਼ਬਦ ਅਰਥ ਹੈਗੇ ਨੇ ਤੁਸੀਂ ਆਪਣੀ ਫੇਰ ਨੋਟਬੁੱਕ ਤੇ ਕਰਨੇ ਹਨ। ਥੈਂਕਸ, ਹੈਵ ਅ ਨਾਈਸ ਡੇ।